हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਹਿਸਟਰੀ ਆਪਾਂ ਸਟਾਰਟ ਕਰੀ ਹੋਈ ਹੈ ਅਤੇ ਆਪਣਾ ਟੌਪਿਕ ਹੈ ਜਿਹੜਾ ਚੱਲ ਰਿਹਾ ਗੁਪਤ ਸਾਮਰਾਜ। ਸੋ ਇਹਦੇ ਨਾਲ ਸੰਬੰਧਿਤ ਅਗਲੇ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਲੈਕਚਰ 24ਵਾਂ ਜਿਹੜਾ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ 23 ਪ੍ਰੋਵਾਈਡ ਤੁਹਾਨੂੰ ਕਰ ਦਿੱਤੇ ਗਏ ਨੇ। ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਤੁਹਾਨੂੰ ਮਿਲ ਜਾਣਗੇ, ਉੱਥੇ ਜਾ ਕੇ ਬਾਕੀ ਦੇ ਭਾਗ ਹੈ ਜਿਹੜੇ ਤੁਸੀਂ ਰੀਡ ਕਰ ਸਕਦੇ ਹੋ। ਸੋ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਇਸ ਟੌਪਿਕ ਦੇ ਨਾਲ ਸੰਬੰਧਿਤ ਅਗਲੇ MCQ ਪ੍ਰਸ਼ਨ ਉੱਤਰ। ਤਾਂ ਪ੍ਰਸ਼ਨ ਨੰਬਰ 26 ਤੋਂ ਸਟਾਰਟ ਕਰਾਂਗੇ। ਰਾਜਾ ਹਰਸ਼ਵਰਧਨ ਦੀਆਂ ਰਚਨਾਵਾਂ ਕਿਹੜੀਆਂ ਸੀ, ਇਹਨਾਂ ਦੇ ਨਾਮ ਦੱਸਣੇ ਆ। ਤਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਇੱਥੇ ਉਪਰੋਕਤ ਸਾਰੇ ਆਏ ਆਪਸ਼ਨ ਤੁਹਾਨੂੰ ਮਿਲ ਜੇ। ਤਾਂ ਜ਼ਿਆਦਾਤਰ ਅਗਰ ਤੁਹਾਨੂੰ ਆਨਸਰ ਨਹੀਂ ਪਤਾ ਤਾਂ ਚੁੱਪ ਕਰਕੇ ਜਿਹੜਾ ਉਪਰੋਕਤ ਸਾਰੇ ਤੁਸੀਂ ਟਿਕ ਲਗਾ ਦਿਓ। ਤਾਂ ਇਹਦੇ ਵਿੱਚ ਵੀ ਇਹ ਜਿਹੜਾ ਆਨਸਰ ਇਹਦੇ ਵਿੱਚ ਬਣਦਾ ਹੈ। ਹਰਸ਼ਵਰਧਨ ਦੀਆਂ ਜਿਹੜੀਆਂ ਰਚਨਾਵਾਂ ਸੀ ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਾਨੰਦ, ਇਹ ਤਿੰਨੋਂ ਰਚਨਾਵਾਂ ਸੀ ਜਿਹੜੀਆਂ ਰਾਜੇ ਹਰਸ਼ਵਰਧਨ ਦੀਆਂ ਸੀ। ਸੋ ਹੋ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਰਚਨਾ ਦੇ ਦਿੱਤੀ ਜਾਵੇ ਜਾਂ ਇਸੇ ਤਰ੍ਹਾਂ ਬਣਿਆ ਬਣਾਇਆ ਕੁਐਸਚਨ ਜਿਹੜਾ ਤੁਹਾਨੂੰ ਆ ਜਾਵੇ। ਸੋ ਕਿਵੇਂ ਵੀ ਐਗਜ਼ਾਮ ਦੇ ਵਿੱਚ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ। ਸੋ ਜਿਵੇਂ ਨੀਚੇ 27ਵਾਂ ਕੁਐਸਚਨ ਤੁਸੀਂ ਦੇਖ ਸਕਦੇ ਹੋ, ਪ੍ਰਿਯਦਰਸ਼ਿਕਾ ਪੁਸਤਕ ਦਾ ਲੇਖਕ ਕੌਣ ਹੈ? ਬਾਣਭੱਟ, ਰਾਜਸ਼੍ਰੀ, ਰਾਜਵਰਧਨ ਜਾਂ ਫਿਰ ਹਰਸ਼ਵਰਧਨ। ਤਾਂ ਪ੍ਰਿਯਦਰਸ਼ਿਕਾ ਇੱਥੇ ਆੜਾ ਆਪਸ਼ਨ ਸੀ। ਤਾਂ ਇਹ ਇੱਕ ਰਚਨਾ ਅਲੱਗ ਕੱਢ ਕੇ ਕੁਐਸਚਨ ਬਣਾ ਦਿੱਤਾ ਗਿਆ ਅਤੇ ਆਪਸ਼ਨ ਦੇ ਵਿੱਚ ਰਾਜਾ ਹਰਸ਼ਵਰਧਨ ਹੈ ਜਿਹੜਾ ਉਹ ਦੇ ਦਿੱਤਾ ਗਿਆ। ਸੋ ਇਸ ਤਰ੍ਹਾਂ ਵੀ ਇਹ ਜਿਹੜਾ ਕੁਐਸਚਨ ਹੈ ਉਹ ਆ ਸਕਦਾ, ਕਿਵੇਂ ਵੀ ਪੁੱਛਿਆ ਜਾ ਸਕਦਾ ਹੈ। ਤਿੰਨੋਂ ਰਚਨਾਵਾਂ ਨਾਲ ਵੀ ਆ ਸਕਦਾ ਹੈ, ਇੱਕ ਰਚਨਾ ਦੇ ਨਾਲ ਵੀ ਆ ਸਕਦਾ ਹੈ। ਸੋ 26ਵਾਂ 27ਵਾਂ ਕੁਐਸਚਨ ਤੁਹਾਡੇ ਸਾਹਮਣੇ ਹੈ। 26ਵੇਂ ਕੁਐਸਚਨ ਦੇ ਵਿੱਚੋਂ ਹੀ ਕੁਐਸਚਨ ਬਣਾ ਕੇ ਤੁਹਾਨੂੰ 27ਵਾਂ ਜਿਹੜਾ ਦਿੱਤਾ ਗਿਆ। ਗੀਤ ਗੋਬਿੰਦ ਦੇ ਲੇਖਕ ਕੌਣ ਸੀਗੇ? ਮੋਸਟ ਇੰਪੋਰਟੈਂਟ ਕੁਐਸਚਨ ਹੈ ਜੀ, ਅਕਸਰ ਐਗਜ਼ਾਮ ਦੇ ਵਿੱਚ ਆਉਂਦਾ ਹੈ। ਬਾਣਭੱਟ, ਜੈਦੇਵ, ਹਰਸ਼ਵਰਧਨ ਜਾਂ ਹਿਊਨ-ਸਾਂਗ। ਤਾਂ ਗੀਤ ਗੋਬਿੰਦ ਦੇ ਜਿਹੜੇ ਲੇਖਕ ਸੀਗੇ ਉਹ ਜੈਦੇਵ ਸੀਗੇ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਹਰਸ਼ਵਰਧਨ ਦੇ ਦਰਬਾਰੀ ਕਵੀ ਦਾ ਕੀ ਨਾਮ ਸੀ? ਉੱਪਰ ਆਪਾਂ ਸਾਰਨੀ ਦੇ ਤੌਰ ਤੇ ਕੁਐਸਚਨ ਕਰਕੇ ਆਏ ਹਾਂ ਕੱਲ੍ਹ ਵਾਲੇ ਭਾਗ ਦੇ ਵਿੱਚ। ਫਾਹੀਜਾਨ, ਹਰੀਸੇਨ, ਬਾਣਭੱਟ ਜਾਂ ਉਪਰੋਕਤ ਸਾਰੇ। ਤਾਂ ਰਾਜੇ ਹਰਸ਼ਵਰਧਨ ਦੇ ਜੋ ਦਰਬਾਰੀ ਕਵੀ ਦਾ ਨਾਮ ਸੀ ਜਾਂ ਦਰਬਾਰੀ ਕਵੀ ਸੀਗਾ ਉਹ ਬਾਣਭੱਟ ਸੀਗਾ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਹਰਸ਼ਵਰਧਨ ਦੇ ਦਰਬਾਰੀ ਕਵੀ ਬਾਣਭੱਟ ਦੀਆਂ ਰਚਨਾਵਾਂ ਕਿਹੜੀਆਂ ਸੀ? ਹਰਸ਼ਚਰਿਤ, ਕਦੰਬਰੀ, ਨਾਗਾਨੰਦ ਜਾਂ ਫਿਰ ਊੜਾ ਅਤੇ ਆੜਾ ਦੋਵੇਂ। ਤਾਂ ਹਰਸ਼ਵਰਧਨ ਦਾ ਜੋ ਦਰਬਾਰੀ ਕਵੀ ਹੋਇਆ ਬਾਣਭੱਟ, ਇਹਦੀਆਂ ਜਿਹੜੀਆਂ ਰਚਨਾਵਾਂ ਸੀ ਹਰਸ਼ਚਰਿਤ ਅਤੇ ਦੂਸਰੀ ਕਦੰਬਰੀ। ਤਾਂ ਆਪਸ਼ਨ ਸੱਸਾ ਜਿਹੜਾ ਰਾਈਟ ਆਨਸਰ ਆਏਗਾ। ਸੋ ਇਹਦੇ ਵਿੱਚ ਕੋਈ ਇੱਕ ਰਚਨਾ ਦਾ ਨਾਮ ਵੀ ਪੁੱਛਿਆ ਜਾ ਸਕਦਾ ਹੈ ਕਿ ਬਾਣਭੱਟ ਦੀ ਹੇਠ ਲਿਖੇ ਵਿੱਚੋਂ ਕਿਹੜੀ ਰਚਨਾ ਹੈ। ਤਾਂ ਹੋ ਸਕਦਾ ਤੁਹਾਨੂੰ ਆਪਸ਼ਨ ਦੇ ਵਿੱਚ ਹਰਸ਼ਚਰਿਤ ਆ ਜੇ ਜਾਂ ਇਕੱਲੀ ਕਦੰਬਰੀ ਆ ਜੇ ਜਾਂ ਫਿਰ ਇਸੇ ਤਰ੍ਹਾਂ ਬਣਿਆ ਬਣਾਇਆ ਕੁਐਸਚਨ ਆ ਸਕਦਾ ਹੈ। ਸੋ ਥੋੜ੍ਹਾ ਜਿਹਾ ਕਨਫਿਊਜ਼ ਕਰਨ ਵਾਸਤੇ ਤੁਹਾਨੂੰ ਇਸ ਤਰ੍ਹਾਂ ਤੋੜ ਮਰੋੜ ਕੇ ਕੁਐਸਚਨ ਜਿਹੜੇ ਐਗਜ਼ਾਮ ਦੇ ਵਿੱਚ ਪਾਏ ਜਾਂਦੇ ਨੇ। ਹਰਸ਼ਵਰਧਨ ਦੇ ਦਰਬਾਰੀ ਵਿਦਵਾਨ ਕਿਹੜੇ ਸੀਗੇ? ਤਾਂ ਇੱਥੇ ਉਪਰੋਕਤ ਸਾਰੇ ਪਿਆ। ਤਾਂ ਉਪਰੋਕਤ ਸਾਰੇ ਆਨਸਰ ਬਣੇਗਾ। ਬਾਣਭੱਟ ਹੋ ਗਿਆ, ਉੱਪਰ ਆਪਾਂ ਪੜ੍ਹ ਕੇ ਆਏ ਹਾਂ। ਜੈਸੇਨ ਹੋ ਗਿਆ। ਦਿਵਕਰ ਅਤੇ ਭਰਤਰੀਹਰੀ, ਇਹ ਤਿੰਨੋਂ ਸੀ ਜਿਹੜੇ ਰਾਜੇ ਹਰਸ਼ਵਰਧਨ ਦੇ ਦਰਬਾਰੀ ਵਿਦਵਾਨ ਸੀਗੇ। ਕੋਈ ਇੱਕ ਵੀ ਪੁੱਛਿਆ ਜਾ ਸਕਦਾ ਹੈ, ਤਿੰਨੇ ਵੀ ਇਸ ਤਰ੍ਹਾਂ ਪੁੱਛੇ ਜਾ ਸਕਦੇ ਨੇ। ਸੋ ਜ਼ਿਆਦਾਤਰ ਬਾਣਭੱਟ ਪੁੱਛਿਆ ਗਿਆ। ਤਾਂ ਹੋ ਸਕਦਾ ਜਿਵੇਂ ਅਲੱਗ ਜਿਹਾ ਨਾਮ ਹੈ ਜੈਸੇਨ, ਤਾਂ ਇਹ ਵੀ ਪੁੱਛਿਆ ਜਾ ਸਕਦਾ ਹੈ। ਤਾਂ ਆਪਸ਼ਨ ਸੱਸਾ ਇਹਦੇ ਵਿੱਚ ਰਾਈਟ ਆਨਸਰ ਬਣੇਗਾ। ਹਰਸ਼ ਦੁਆਰਾ ਮਹਾਜਾਨ ਮਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਕਨੌਜ ਵਿੱਚ ਆਯੋਜਿਤ ਕੀਤੇ ਸੰਮੇਲਨ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ? ਬਾਣਭੱਟ ਨੇ, ਹਰਸ਼ਵਰਧਨ ਨੇ, ਹਿਊਨ-ਸਾਂਗ ਨੇ ਜਾਂ ਫਿਰ ਦਿਵਾਕਰ ਨੇ। ਤਾਂ ਹਰਸ਼ ਦੇ ਦੁਆਰਾ ਜਿਹੜਾ ਮਹਾਜਾਨ ਮਤ ਦਾ ਪ੍ਰਚਾਰ ਕਰਨ ਦੇ ਉਦੇਸ਼ ਨਾਲ ਕਨੌਜ ਸਥਾਨ ਦੇ ਵਿੱਚ ਜੋ ਸੰਮੇਲਨ ਆਯੋਜਿਤ ਕੀਤਾ ਸੀ ਤਾਂ ਇਹਦੀ ਪ੍ਰਧਾਨਗੀ ਹੈ ਜਿਹੜੀ ਹਿਊਨ-ਸਾਂਗ ਨੇ ਕੀਤੀ ਸੀ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਹਰਸ਼ਵਰਧਨ ਨੇ ਕਿਸ ਧਰਮ ਦੇ ਪ੍ਰਚਾਰ ਲਈ ਕਨੌਜ ਸੰਮੇਲਨ ਦਾ ਆਯੋਜਿਤ ਕੀਤਾ ਸੀ? ਬੁੱਧ ਧਰਮ ਦੀ ਹੀਨਜਾਨ ਸਾਖਾ,
ਬੁੱਧ ਧਰਮ ਦੀ ਮਹਾਜਾਨ ਸ਼ਾਖਾ, ਹਿੰਦੂ ਧਰਮ ਜਾਂ ਫਿਰ ਈਸਾਈ ਧਰਮ। ਤਾਂ ਇਹ ਸੰਮੇਲਨ ਆਯੋਜਿਤ ਹੈ ਜਿਹੜਾ ਬੁੱਧ ਧਰਮ ਦੀ ਜੋ ਮਹਾਜਾਨ ਸ਼ਾਖਾ ਸੀ, ਇਸ ਦੇ ਪ੍ਰਚਾਰ ਲਈ ਕਨੌਜ ਦੇ ਵਿੱਚ ਸੰਮੇਲਨ ਕੀਤਾ ਸੀ ਅਤੇ ਜਿਸ ਦੀ ਪ੍ਰਧਾਨਗੀ ਹਿਊਨ-ਸਾਂਗ ਨੇ ਕੀਤੀ ਸੀ। ਹਰਸ਼ਵਰਧਨ ਨੇ ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਾਨੰਦ ਨਾਮਕ ਨਾਟਕਾਂ ਦੀ ਰਚਨਾ ਜਿਹੜੀ ਉਹ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਸੀ? ਸੋ ਇਹ ਤਿੰਨੇ ਰਚਨਾਵਾਂ ਨੇ ਹਰਸ਼ਵਰਧਨ ਦੀਆਂ ਅਤੇ ਇਹਨਾਂ ਦੀ ਭਾਸ਼ਾ ਕਿਹੜੀ ਸੀ, ਲੈਂਗੁਏਜ ਕਿਹੜੀ ਸੀ? ਫਾਰਸੀ, ਸੰਸਕ੍ਰਿਤ, ਲਾਤੀਨੀ ਜਾਂ ਫਿਰ ਹਿੰਦੀ। ਤਾਂ ਇਹਨਾਂ ਦੀ ਜਿਹੜੀ ਲੈਂਗੁਏਜ ਸੀ, ਭਾਸ਼ਾ ਸੀ, ਉਹ ਸੰਸਕ੍ਰਿਤ ਸੀ। ਇਹਨਾਂ ਤਿੰਨਾਂ ਨਾਟਕਾਂ ਦੀ ਰਤਨਾਵਲੀ, ਪ੍ਰਿਯਦਰਸ਼ਿਕਾ ਅਤੇ ਨਾਗਾਨੰਦ। ਸੋ ਹਰਸ਼ਵਰਧਨ ਦੀਆਂ ਇਹ ਰਚਨਾਵਾਂ ਸੀ ਅਤੇ ਸੰਸਕ੍ਰਿਤ ਇਹਨਾਂ ਦੀ ਭਾਸ਼ਾ ਸੀ। ਅਗਲਾ ਪ੍ਰਸ਼ਨ ਹੈ, ਕਿਸ ਮਹਾਨ ਸ਼ਾਸਕ ਨੂੰ ਦੂਜੇ ਅਸ਼ੋਕ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ? ਚੰਦਰਗੁਪਤ ਮੌਰੀਆ, ਚੰਦਰਗੁਪਤ ਦੂਜਾ, ਹਰਸ਼ਵਰਧਨ ਜਾਂ ਫਿਰ ਪ੍ਰਭਾਕਰ ਵਰਧਨ। ਤਾਂ ਦੂਜੇ ਅਸ਼ੋਕ ਦੇ ਨਾਮ ਨਾਲ ਜਿਸ ਨੂੰ ਯਾਦ ਕੀਤਾ ਜਾਂਦਾ ਹੈ ਉਹ ਹਰਸ਼ਵਰਧਨ ਹੈ। ਤਾਂ ਇਹ ਹਰਸ਼ਵਰਧਨ ਸੀ ਜਿਹੜਾ ਵਰਧਨ ਵੰਸ਼ ਦਾ ਮਹਾਨ ਸ਼ਾਸਕ ਹੋਇਆ, ਜਿਹਨੂੰ ਦੂਜੇ ਅਸ਼ੋਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਚਾਲੁਕਿਆ ਰਾਜੇ ਪੁਲਕੇਸ਼ਨ ਦੂਜੇ ਨੂੰ ਹਰਾਉਣ ਵਾਲੇ ਵਰਧਨ ਸ਼ਾਸਕ ਦਾ ਨਾਮ ਦੱਸੋ। ਕਿਸ ਨੇ ਜਿਹੜਾ ਪੁਲਕੇਸ਼ਨ ਦੂਜੇ ਨੂੰ ਹਰਾਇਆ ਸੀ? ਪਹਿਲਾਂ ਵੀ ਆਪਾਂ ਕੁਐਸਚਨ ਪੜ੍ਹ ਕੇ ਆਏ ਹਾਂ। ਮਹਿੰਦਰ ਵਰਮਨ ਪਹਿਲਾ, ਨਰਸਿੰਘ ਵਰਮਨ ਪਹਿਲਾ, ਪਰਮੇਸ਼ ਵਰਮਨ ਪਹਿਲਾ ਜਾਂ ਹਰਸ਼ਵਰਧਨ। ਤਾਂ ਇਹ ਵਰਧਨ ਸ਼ਾਸਕ ਸੀ ਜਿਹੜਾ ਨਰਸਿੰਘ ਵਰਮਨ ਪਹਿਲਾ ਸੀ, ਜਿਹਨੇ ਚਾਲੁਕਿਆ ਦਾ ਰਾਜਾ ਸੀ ਪੁਲਕੇਸ਼ਨ ਦੂਜਾ, ਇਸ ਨੂੰ ਹਰਾਇਆ ਸੀਗਾ। ਅਤੇ ਨਰਸਿੰਘ ਵਰਮਨ ਪਹਿਲਾ ਜੀ ਜਿਹੜਾ ਇਹ ਵਰਧਨ ਸ਼ਾਸਕ ਹੋਇਆ ਸੀਗਾ। ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਣਭੱਟ ਕਿਸ ਸਮਰਾਟ ਦਾ ਦਰਬਾਰੀ ਕਵੀ ਸੀ? ਤਾਂ ਉੱਪਰ ਆਪਾਂ ਕੁਐਸਚਨ ਪੜ੍ਹ ਕੇ ਆਏ ਹਾਂ, ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਵਿਕਰਮਾਦਿੱਤਿਆ ਦਾ, ਕੁਮਾਰ ਗੁਪਤ ਦਾ, ਹਰਸ਼ਵਰਧਨ ਦਾ ਜਾਂ ਫਿਰ ਕਨਿਸ਼ਕ ਦਾ। ਤਾਂ ਬਾਣਭੱਟ ਸੀ ਜਿਹੜਾ ਇਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀ। ਉੱਪਰ ਆਪਾਂ 3 ਦਰਬਾਰੀ ਕਵੀ ਵੀ ਪੜ੍ਹ ਕੇ ਆਏ ਹਾਂ, ਬਾਣਭੱਟ, ਜੈਸੇਨ ਅਤੇ ਕੌਰ ਸੀਗਾ। ਤਾਂ ਹਰਸ਼ਵਰਧਨ ਦੇ ਇਹ ਦਰਬਾਰੀ ਕਵੀ ਸੀਗਾ ਬਾਣਭੱਟ। ਹਰਸ਼ਵਰਧਨ ਅਤੇ ਪੁਲਕੇਸ਼ਨ ਦੂਜੇ ਦੇ ਵਿਚਾਲੇ ਹੋਏ ਸੰਘਰਸ਼ ਦੀ ਜਾਣਕਾਰੀ ਹੈ ਜਿਹੜੀ ਕਿੱਥੋਂ ਮਿਲਦੀ ਹੈ ਜਾਂ ਕਿਹੜੇ ਅਭਿਲੇਖ ਤੋਂ ਮਿਲਦੀ ਹੈ? ਇਹ ਹੋਲ ਅਭਿਲੇਖ, ਬਸ ਖੇੜਾ ਅਭਿਲੇਖ, ਹਾਥੀ ਗੁਫਾ ਅਭਿਲੇਖ ਜਾਂ ਫਿਰ ਨਾਗਾਨੰਦ। ਤਾਂ ਰਾਜੇ ਹਰਸ਼ਵਰਧਨ ਅਤੇ ਚਾਲੁਕਿਆ ਰਾਜਾ ਪੁਲਕੇਸ਼ਨ ਦੂਜੇ ਦੇ ਵਿਚਾਲੇ ਜੋ ਸੰਘਰਸ਼ ਹੋਇਆ ਸੀ, ਤਾਂ ਇਸ ਦੀ ਜਿਹੜੀ ਜਾਣਕਾਰੀ ਹੈ ਇਹ ਹੋਲ ਅਭਿਲੇਖ ਤੋਂ ਮਿਲਦੀ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਪ੍ਰਤਾਪਸ਼ੀਲ ਹੂਣ, ਹਰਨ ਕੇਸਰੀ ਅਤੇ ਮਹਾਰਾਜਾ ਧਿਰਾਜ ਨਾਮਕ ਉਪਾਧੀਆਂ ਧਾਰਨ ਕਰਨ ਵਾਲੇ ਵਰਧਨ ਸ਼ਾਸਕ ਕਿਹੜੇ ਸੀ? ਉਸ ਦਾ ਨਾਮ ਦੱਸਣਾ ਹੈ। ਪਹਿਲਾਂ ਵੀ ਇਹ ਆਪਾਂ ਕੁਐਸਚਨ ਕਰਕੇ ਆਏ ਹਾਂ। ਨਰਵਰਧਨ ਜਾਂ ਪ੍ਰਭਾਕਰ ਵਰਧਨ ਜਾਂ ਅਦਿੱਤਿਆ ਵਰਧਨ ਜਾਂ ਫਿਰ ਰਾਜਵਰਧਨ। ਤਾਂ ਪ੍ਰਤਾਪਸ਼ੀਲ, ਹੂਣ, ਹਰਨ ਕੇਸਰੀ ਅਤੇ ਮਹਾਰਾਜਾ ਧਿਰਾਜ। ਪਹਿਲਾਂ ਆਪਾਂ ਮਹਾਰਾਜਾ ਧਿਰਾਜ ਇਕੱਲੀ ਪੜ੍ਹੀ ਸੀ, ਇਹ ਦੋ ਨਹੀਂ ਪੜ੍ਹੀਆਂ ਸੀ। ਤਾਂ ਇਹ 3 ਜਿਹੜੀਆਂ ਉਪਾਧੀਆਂ ਹੋ ਗਈਆਂ। ਤਾਂ ਇਸ ਨੂੰ ਧਾਰਨ ਕਰਨ ਵਾਲਾ ਵਰਧਨ ਸ਼ਾਸਕ ਸੀ ਜਿਹੜਾ ਪ੍ਰਭਾਕਰ ਵਰਧਨ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਸਮਰਾਟ ਹਰਸ਼ ਨੇ ਆਪਣੀ ਰਾਜਧਾਨੀ ਥਾਨੇਸਵਰ ਤੋਂ ਕਿੱਥੇ ਬਣਾਈ ਸੀ? ਤਬਦੀਲ ਕੀਤੀ ਸੀ। ਪਹਿਲਾਂ ਥਾਨੇਸਵਰ ਸੀ, ਪ੍ਰਯਾਗ, ਦਿੱਲੀ, ਕਨੌਜ ਜਾਂ ਫਿਰ ਰਾਜਗ੍ਰਹਿ। ਤਾਂ ਥਾਨੇਸਵਰ ਤੋਂ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਹੈ ਜਿਹੜੀ ਕਨੌਜ ਬਣਾਈ ਸੀ। ਆਪਸ਼ਨ ਈ ਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਚਾਲੁਕਿਆ ਸ਼ਾਸਕ ਪੁਲਕੇਸ਼ਨ ਦੂਜੇ ਨੇ ਕਿਸ ਨਦੀ ਦੇ ਕਿਨਾਰੇ ਹਰਸ਼ਵਰਧਨ ਨੂੰ ਹਰਾਇਆ ਸੀ? ਮਹਾਨਦੀ, ਤਾਪਤੀ, ਨਰਮਦਾ ਜਾਂ ਫਿਰ ਗੋਦਾਵਰੀ। ਤਾਂ ਚਾਲੁਕਿਆ ਸ਼ਾਸਕ ਹੋਇਆ ਪੁਲਕੇਸ਼ਨ ਦੂਜਾ, ਤਾਂ ਇਸ ਨੇ ਹਰਸ਼ਵਰਧਨ ਨੂੰ ਜਿਹੜਾ ਨਰਮਦਾ ਨਦੀ ਦੇ ਕਿਨਾਰੇ 'ਤੇ ਹਰਾਇਆ ਸੀਗਾ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਹਰਸ਼ ਦੇ ਸ਼ਾਸਨ ਕਾਲ ਵਿੱਚ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਕਿਹੜਾ ਸੀ? ਪਾਟਲੀਪੁੱਤਰ, ਉਜੈਨ, ਕਨੌਜ ਜਾਂ ਫਿਰ ਥਾਨੇਸਵਰ।
ਤਾਂ ਹਰਸ਼ ਦੇ ਸ਼ਾਸਨ ਕਾਲ ਦੇ ਵਿੱਚ ਉੱਤਰੀ ਭਾਰਤ ਦਾ ਪੁੱਛਿਆ ਗਿਆ। ਸਭ ਤੋਂ ਮਹੱਤਵਪੂਰਨ ਸ਼ਹਿਰ ਸੀ ਜਿਹੜਾ ਉਹ ਕਨੌਜ ਸੀਗਾ। ਇਸੇ ਕਰਕੇ ਇਹਨੂੰ ਜਿਹੜਾ ਆਪਣੀ ਰਾਜਧਾਨੀ ਬਣਾਇਆ ਸੀਗਾ। ਪਹਿਲਾਂ ਥਾਨੇਸਵਰ ਸੀਗਾ, ਫਿਰ ਕਨੌਜ ਬਣਾਇਆ ਗਿਆ ਸੀ। ਇਹੀ ਕਾਰਨ ਸੀਗਾ ਕਿ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਸ਼ਹਿਰ ਸੀ ਜਿਹੜਾ ਉਹ ਕਨੌਜ ਸੀਗਾ ਰਾਜੇ ਹਰਸ਼ ਦੇ ਸ਼ਾਸਨ ਕਾਲ ਵਿੱਚ। ਅਗਲਾ ਪ੍ਰਸ਼ਨ ਹੈ, ਹਰਸ਼ਵਰਧਨ ਦੀ ਜੀਵਨੀ ਜਿਹੜੀ ਕਿਸ ਨੇ ਲਿਖੀ ਸੀ? ਫਿਰਦੌਸੀ ਨੇ, ਬਾਣਭੱਟ ਨੇ, ਵਾਰਾਮਿਹਰ ਨੇ ਜਾਂ ਫਿਰ ਹਰੀ ਸੇਨ ਨੇ? ਤਾਂ ਰਾਜੇ ਹਰਸ਼ਵਰਧਨ ਦੀ ਜੀਵਨੀ ਹੈ ਜਿਹੜੀ ਇਹ ਬਾਣਭੱਟ ਨੇ ਲਿਖੀ ਸੀ। ਬਾਣਭੱਟ ਹਰਸ਼ਵਰਧਨ ਦਾ ਦਰਬਾਰੀ ਕਵੀ ਸੀਗਾ। ਹਰਸ਼ਵਰਧਨ ਆਪਣੀ ਧਾਰਮਿਕ ਸਭਾ ਦਾ ਆਯੋਜਨ ਕਿੱਥੇ ਕਰਦਾ ਸੀ? ਜਿਹੜੀ ਧਾਰਮਿਕ ਸਭਾ ਹੁੰਦੀ ਸੀ ਮਥੁਰਾ, ਪ੍ਰਯਾਗ, ਵਾਰਾਣਸੀ ਜਾਂ ਫਿਰ ਪੇਸ਼ਾਵਰ ਦੇ ਵਿੱਚ। ਤਾਂ ਹਰਸ਼ਵਰਧਨ ਆਪਣੀ ਧਾਰਮਿਕ ਸਭਾ ਦਾ ਆਯੋਜਨ ਸੀ ਜਿਹੜਾ ਉਹ ਪ੍ਰਯਾਗ ਦੇ ਵਿੱਚ ਕਰਦਾ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਵਰਧਨ ਵੰਸ਼ ਦੀ ਰਾਜਧਾਨੀ ਥਾਨੇਸਵਰ ਕਿਸ ਪ੍ਰਦੇਸ਼ ਦੇ ਵਿੱਚ ਸਥਿਤ ਹੈ? ਤਾਂ ਪਹਿਲਾਂ ਥਾਨੇਸਵਰ ਸੀ ਜਿਹੜੀ ਰਾਜਧਾਨੀ ਸੀ, ਇਸ ਤੋਂ ਬਾਅਦ ਕਨੌਜ ਬਣਾ ਲਈ ਸੀ। ਤਾਂ ਥਾਨੇਸਵਰ ਜਿਹੜਾ ਕਿਹੜੇ ਪ੍ਰਦੇਸ਼ ਦੇ ਵਿੱਚ ਸਥਿਤ ਹੈ? ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਜਾਂ ਫਿਰ ਬਿਹਾਰ ਦੇ ਵਿੱਚ? ਤਾਂ ਇਹ ਸਥਿਤ ਹੈ ਜੀ ਹਰਿਆਣਾ ਦੇ ਵਿੱਚ। ਆਪਸ਼ਨ ਆੜਾ। ਅਗਲਾ ਪ੍ਰਸ਼ਨ ਹੈ, ਕਨੌਜ ਕਿਸ ਪ੍ਰਦੇਸ਼ ਦੇ ਵਿੱਚ ਸਥਿਤ ਹੈ? ਜੋ ਥਾਨੇਸਵਰ ਤੋਂ ਬਾਅਦ ਹਰਸ਼ਵਰਧਨ ਨੇ ਆਪਣੀ ਰਾਜਧਾਨੀ ਬਣਾਈ ਸੀ ਕਨੌਜ ਨੂੰ, ਕਿਉਂਕਿ ਉੱਤਰੀ ਭਾਰਤ ਦਾ ਮਹੱਤਵਪੂਰਨ ਅਤੇ ਪ੍ਰਸਿੱਧ ਜਿਹੜਾ ਸ਼ਹਿਰ ਸੀਗਾ। ਤਾਂ ਇਹ ਕਿਹੜੇ ਪ੍ਰਦੇਸ਼ ਦੇ ਵਿੱਚ ਸਥਿਤ ਹੈ? ਉੱਤਰ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼ ਜਾਂ ਫਿਰ ਬਿਹਾਰ? ਤਾਂ ਹਰਿਆਣਾ ਤਾਂ ਨਹੀਂ ਆਏਗਾ। ਤਾਂ ਇਹਦੇ ਵਿੱਚ ਜਿਹੜਾ ਥਾਨੇਸਵਰ ਸੀ ਜੋ ਪਹਿਲਾ ਰਾਜਧਾਨੀ ਸੀ। ਤਾਂ ਕਨੌਜ ਆ ਜਿਹੜਾ ਉੱਤਰ ਪ੍ਰਦੇਸ਼ ਦੇ ਵਿੱਚ ਸਥਿਤ ਹੈ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਕਵੀ ਬਾਣਭੱਟ ਕਿੱਥੋਂ ਦਾ ਨਿਵਾਸੀ ਸੀ? ਪਾਟਲੀਪੁੱਤਰ, ਥਾਨੇਸ਼ਵਰ, ਭੋਜਪੁਰ ਜਾਂ ਫਿਰ ਨਾਗਪੁਰ ਦਾ? ਤਾਂ ਜੋ ਹਰਸ਼ਵਰਧਨ ਦਾ ਦਰਬਾਰੀ ਕਵੀ ਹੋਇਆ ਬਾਣਭੱਟ, ਤਾਂ ਇਹ ਥਾਨੇਸ਼ਵਰ ਦਾ ਨਿਵਾਸੀ ਸੀਗਾ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਥਾਨੇਸ਼ਵਰ ਜਿਹੜੀ ਹਰਸ਼ਵਰਧਨ ਦੀ ਜਾਂ ਵਰਧਨ ਵੰਸ਼ ਦੀ ਸੀ ਜਿਹੜੀ ਰਾਜਧਾਨੀ ਸੀ। ਪਹਿਲਾ ਰਾਜਧਾਨੀ ਇਹ ਥਾਨੇਸ਼ਵਰ ਸੀ, ਦੂਸਰੀ ਕਨੌਜ ਸੀ। ਤਾਂ ਇਹ ਥਾਨੇਸ਼ਵਰ ਦਾ ਨਿਵਾਸੀ ਸੀਗਾ ਜੋ ਬਾਣਭੱਟ ਹੋਇਆ ਹਰਸ਼ਵਰਧਨ ਦਾ ਦਰਬਾਰੀ ਕਵੀ। ਸੀਜੂ ਕੀ ਕਿਸ ਦੀ ਰਚਨਾ ਹੈ? ਹਰਸ਼ਵਰਧਨ ਦੀ, ਬਾਣਭੱਟ ਦੀ, ਦਿਵਾਕਰ ਦੀ ਜਾਂ ਫਿਰ ਹਿਊਨ-ਸਾਂਗ ਦੀ? ਤਾਂ ਸੀਜੂ ਕੀ ਜਿਹੜੀ ਰਚਨਾ ਹੈ ਇਹ ਹਿਊਨ-ਸਾਂਗ ਦੀ ਹੈ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਉਸ ਅੰਤਿਮ ਯਾਨੀ ਕਿ ਆਖਰੀ ਬੋਧੀ ਸ਼ਾਸਕ ਦਾ ਨਾਂ ਦੱਸੋ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਅਤੇ ਲੇਖਕ ਸੀਗਾ। ਹਰਸ਼ਵਰਧਨ, ਬਾਣਭੱਟ, ਦਿਵਾਕਰ ਜਾਂ ਫਿਰ ਹਿਊਨ-ਸਾਂਗ? ਤਾਂ ਹਰਸ਼ਵਰਧਨ ਉਹ ਬੋਧੀ ਸ਼ਾਸਕ ਹੈ ਜੋ ਸੰਸਕ੍ਰਿਤ ਦਾ ਮਹਾਨ ਵਿਦਵਾਨ ਅਤੇ ਲੇਖਕ ਸੀ। ਸੋ ਇਹਦੀਆਂ ਰਚਨਾਵਾਂ ਸੀ ਜਿਹੜੀਆਂ, ਇਹਨਾਂ ਦੀ ਭਾਸ਼ਾ ਵੀ ਜਿਹੜੀ ਸੀ ਉਹ ਸੰਸਕ੍ਰਿਤ ਸੀ। ਉੱਪਰ ਆਪਾਂ ਕੁਐਸਚਨ ਕਰਕੇ ਆਏ ਹਾਂ। ਅਗਲਾ ਪ੍ਰਸ਼ਨ ਹੈ, ਹਿਊਨ-ਸਾਂਗ ਕਿੰਨੇ ਸਾਲਾਂ ਤੱਕ ਭਾਰਤ ਰਿਹਾ ਸੀ? 10 ਸਾਲ, 14 ਸਾਲ, 18 ਸਾਲ ਜਾਂ ਫਿਰ 20 ਸਾਲ ਤੱਕ? ਤਾਂ ਹਿਊਨ-ਸਾਂਗ ਸੀ ਜਿਹੜਾ 14 ਸਾਲ ਤੱਕ ਭਾਰਤ ਰਿਹਾ ਸੀ। ਆਪਸ਼ਨ ਆੜਾ ਰਾਈਟ ਆਨਸਰ ਆਏਗਾ। ਕੁੰਭ ਮੇਲਾ ਸ਼ੁਰੂ ਕਰਨ ਦਾ ਸਿਹਰਾ ਕਿਸ ਦੇ ਸਿਰ ਜਾਂਦਾ ਹੈ? ਅਸ਼ੋਕ ਦੇ, ਹਰਸ਼ਵਰਧਨ ਦੇ, ਚੰਦਰਗੁਪਤ ਮੌਰੀਆ ਦੇ ਜਾਂ ਫਿਰ ਪੁਲਕੇਸ਼ਨ ਦੂਜੇ ਦੇ? ਤਾਂ ਕੁੰਭ ਮੇਲਾ ਸ਼ੁਰੂ ਕਰਨ ਦਾ ਸਿਹਰਾ ਜਿਹੜਾ ਰਾਜੇ ਹਰਸ਼ਵਰਧਨ ਨੂੰ ਜਾਂਦਾ ਹੈ। ਹਰਸ਼ਵਰਧਨ ਨੇ ਜਿਹੜੀ ਕੁੰਭ ਮੇਲੇ ਦੀ ਸ਼ੁਰੂਆਤ ਕੀਤੀ ਸੀ। ਉੱਤਰੀ ਭਾਰਤ ਦਾ ਅੰਤਿਮ ਮਹਾਨ ਸ਼ਾਸਕ ਕੌਣ ਸੀ? ਤਾਂ ਉੱਪਰ ਆਪਾਂ ਕਰਕੇ ਆਏ ਹਾਂ। ਕਨੌਜ ਨੂੰ ਰਾਜਧਾਨੀ ਬਣਾਇਆ ਗਿਆ ਸੀ। ਕਿਉਂ ਬਣਾਇਆ ਗਿਆ ਸੀ? ਕਿਉਂਕਿ ਉਹ ਉੱਤਰੀ ਭਾਰਤ ਦਾ ਮਹੱਤਵਪੂਰਨ ਸ਼ਹਿਰ ਸੀਗਾ ਅਤੇ ਉਹ ਸ਼ਾਸਕ ਕਿਹੜਾ ਸੀਗਾ ਉਹ ਦੱਸਣਾ ਹੈ। ਅਸ਼ੋਕ ਸੀਗਾ, ਹਰਸ਼ਵਰਧਨ ਸੀ, ਚੰਦਰਗੁਪਤ ਮੌਰੀਆ ਸੀ ਜਾਂ ਫਿਰ ਪੁਲਕੇਸ਼ਨ ਦੂਜਾ ਸੀ? ਤਾਂ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਏਗਾ। ਤਾਂ ਉਹ ਸੀਗਾ ਜੀ ਹਰਸ਼ਵਰਧਨ, ਜੋ ਉੱਤਰੀ ਭਾਰਤ ਦਾ ਅੰਤਿਮ ਮਹਾਨ ਸ਼ਾਸਕ ਹੋਇਆ। ਕਨੌਜ ਨੂੰ ਇਸਨੇ ਜਿਹੜੀ ਆਪਣੀ ਰਾਜਧਾਨੀ ਬਣਾਈ ਸੀ ਅਤੇ ਕਨੌਜ ਸ਼ਹਿਰ ਸੀ ਜਿਹੜਾ
ਉੱਤਰੀ ਭਾਰਤ ਦਾ ਮਹੱਤਵਪੂਰਨ ਸ਼ਹਿਰ ਸੀ। ਤਾਂ ਇੱਥੋਂ ਹੀ ਤੁਹਾਨੂੰ ਜਿਨ੍ਹਾਂ ਨੇ ਧਿਆਨ ਨਾਲ ਇਸ ਤੋਂ ਪਹਿਲਾਂ ਵਾਲੇ ਕੁਐਸਚਨ ਰੀਡ ਕੀਤੇ ਨੇ ਤਾਂ ਆਨਸਰ ਜਿਹੜਾ 100% ਪਤਾ ਲੱਗ ਗਿਆ ਹੋਣਾ। ਸੋ ਕਿੰਨੇ ਕੁਐਸਚਨ ਤੁਹਾਡੇ ਸਹੀ ਜਾਂਦੇ ਆ, ਕਿੰਨੇ ਗਲਤ ਜਾਂਦੇ ਆ, ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਦਿਆ ਕਰੋ। ਬਾਕੀ ਜਲਦੀ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਜਿਸ ਵੀ ਗਰੁੱਪ ਦੇ ਵਿੱਚ ਤੁਸੀਂ ਐਡ ਹੁੰਦੇ ਹੋ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਆਡੀਅנס ਆਪਣੇ ਨਾਲ ਜੁੜ ਸਕੇ। ਸੋ ਇਸੇ ਨਾਲ ਹੀ ਇਹ ਟੌਪਿਕ ਹੈ ਜਿਹੜਾ ਉਹ ਕੰਪਲੀਟ ਹੁੰਦਾ ਹੈ। ਸੋ ਅਗਲਾ ਜਿਹੜਾ ਆਪਣਾ ਕੱਲ੍ਹ ਨੂੰ ਟੌਪਿਕ ਹੋਏਗਾ ਉਹ ਦੱਖਣੀ ਭਾਰਤ ਦੇ ਰਾਜਵੰਸ਼। ਇਹ ਆਪਣਾ ਅਗਲਾ ਟੌਪਿਕ ਹੋਏਗਾ। ਇਹਦੇ ਨਾਲ ਸੰਬੰਧਿਤ ਜਿੰਨੇ ਵੀ MCQ ਪ੍ਰਸ਼ਨ ਉੱਤਰ ਹੋਣਗੇ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ, ਜਿੰਨੇ ਵੀ ਮਹੱਤਵਪੂਰਨ ਰਾਜਵੰਸ਼ ਹੋਏ ਨੇ ਦੱਖਣੀ ਭਾਰਤ ਦੇ। ਸੋ ਅੱਜ ਇਹ ਆਪਣਾ ਵਰਧਨ ਸਾਮਰਾਜ ਟੌਪਿਕ ਹੈ ਜਿਹੜਾ ਕੰਪਲੀਟ ਹੋਇਆ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ MCQ ਪ੍ਰਸ਼ਨ ਉੱਤਰਾਂ ਨਾਲ, ਅਗਲੇ ਨਵੇਂ ਟੌਪਿਕ ਦੇ ਨਾਲ। ਉਦੋਂ ਤੱਕ ਲਈ ਧੰਨਵਾਦ।